Ja, ਖੁਦਾਵੰਦ ਯਿਸੂ ਦਾ ਲੱਖ ਲੱਖ ਸ਼ੁਕਰ ਹੈ ਕਿ ਮੈਂ ਫਿਰ ਖੁਦਾਵੰਦ ਯਿਸੂ ਮਸੀਹ ਦੇ ਪਿਆਰ ਸੇਵੇ ਉਹਨਾਂ ਦੀ ਪ੍ਰੋਟੈਕਸ਼ਨ ਦੇ ਨਾਲ ਤੁਹਾਡੇ ਰੂਬਰੂ ਜਿਹੜਾ ਪਹੁੰਚ ਗਈ ਹੈ। ਆਪਾਂ ਸਾਰਿਆਂ ਨੇ ਬਾਈਬਲ ਸਟੱਡੀ ਦੇ ਅੱਜ 22ਵਾਂ ਜਿਹੜਾ ਚੈਪਟਰ ਹੈਗਾ ਆ ਪੈਦਾਇਸ਼ ਦਾ, ਅਸੀਂ ਉਹਨੂੰ ਦੇਖਣਾ ਆ ਤੇ ਅਸੀਂ ਅੱਜ ਆਪਣੇ ਪਰਮੇਸ਼ਰ ਨਾਲ ਬਹੁਤ ਸਾਰੀਆਂ ਪਿਆਰੀਆਂ ਸੋਹਣੀਆਂ ਗੱਲਾਂ ਕਰਨੀਆਂ ਨੇ। ਅਬਰਾਹਮ ਦਾ ਪਰਤਾਵਾ ਕਿ ਉਹਦਾ ਅਜ਼ਮਾਇਸ਼ ਵਿੱਚ ਗੁਜ਼ਰਨਾ, ਇਹਨਾਂ ਗੱਲਾਂ ਦਾ ਮਗਰ ਇਹ ਹੋਇਆ ਕਿ ਪਰਮੇਸ਼ਰ ਨੇ ਅਬਰਾਹਮ ਨੂੰ ਪਰਸਾਇਆ ਅਤੇ ਉਸਨੂੰ ਕਿਹਾ ਕਿ ਹੇ ਅਬਰਾਹਮ। ਅੱਗੋਂ ਉਸਨੇ ਆਖਿਆ ਜੀ ਮੈਂ ਹਾਜ਼ਰ ਹਾਂ। ਤੇ ਉਸਨੇ ਆਖਿਆ ਹੁਣ ਤੂੰ ਆਪਣੇ ਪੁੱਤਰ ਨੂੰ, ਹਾਂ ਆਪਣੇ ਇਕਲੌਤੇ ਨੂੰ ਜਿਹਨੂੰ ਤੂੰ ਪਿਆਰ ਕਰਦਾ ਹੈ, ਅਰਥਾਤ ਇਸਹਾਕ ਨੂੰ ਲੈ ਕੇ ਮੋਰੀਆ ਦੀ ਧਰਤੀ ਨੂੰ ਜਾ ਤੇ ਪਹਾੜਾਂ ਵਿੱਚੋਂ ਇੱਕ ਜਿਸ ਦੇ ਉੱਤੇ ਤੈਨੂੰ ਮੈਂ ਦੱਸਾਂਗਾ, ਉਸ ਪਹਾੜ ਦੇ ਉੱਤੇ ਉਹਨੂੰ ਹੋਮ ਦੀ ਬਲੀ ਕਰਕੇ ਚੜਾ। ਤਦ ਅਬਰਾਹਮ ਨੇ ਤੜਕੇ ਉੱਠ ਕੇ ਆਪਣੇ ਗਧੇ ਉੱਤੇ ਪਲਾਣਾ ਕੱਸਿਆ ਤੇ ਆਪਣੇ ਦੋ ਜਵਾਨਾਂ ਨੂੰ ਆਪਣੇ ਨਾਲ ਆਪਣੇ ਪੁੱਤਰ ਇਸਹਾਕ ਸਮੇਤ ਲੈ ਲਿਆ ਤੇ ਹੋਮ ਦੀ ਬਲੀ ਵਾਸਤੇ ਲੱਕੜੀਆਂ ਚੀਰੀਆਂ ਤੇ ਉੱਠ ਕੇ ਉਸ ਥਾਂ ਨੂੰ ਤੁਰ ਪਿਆ ਜਿਹੜੀ ਪਰਮੇਸ਼ਰ ਨੇ ਉਸਨੂੰ ਦੱਸੀ ਸੀ। ਤੀਜੇ ਦਿਨ ਉਹਨੇ ਜਦੋਂ ਆਪਣੀ ਅੱਖਾਂ ਚੁੱਕ ਕੇ ਉਸ ਥਾਂ ਨੂੰ ਦੂਰੋਂ ਦੇਖਾ ਤਾਂ ਅਬਰਾਹਮ ਨੇ ਆਪਣੇ ਜਵਾਨਾਂ ਨੂੰ ਆਖਿਆ ਤੁਸੀਂ ਇੱਥੇ ਗਧੇ ਦੇ ਕੋਲ ਹੀ ਬੈਠੋ। ਇੱਥੇ ਸਾਨੂੰ ਦੇਖ ਲਿਆ ਕਿ ਜਗ੍ਹਾ ਇੰਨੀ ਦੂਰ ਸੀ ਜਿੱਥੇ ਉਹ ਰਹਿੰਦੇ ਆ ਕਿ ਉਹਨਾਂ ਨੂੰ 3 ਦਿਨ ਲੱਗ ਚੁੱਕੇ ਆ ਤੁਰੇ ਹੋਏ ਨੂੰ। 3 ਦਿਨ ਹੋ ਗਏ ਉਹਨੂੰ ਤੁਰੇ ਹੋਏ ਨੂੰ, ਰਸਤੇ ਦੇ ਵਿੱਚ ਹੀ ਉਹ ਰੁਕੇ ਆ, ਉਹਨਾਂ ਨੇ ਕਟਿੰਗ। ਤੀਜੇ ਦਿਨ ਇੱਥੇ ਕਿਹਾ ਤੀਜੇ ਦਿਨ ਅਬਰਾਹਮ ਨੇ ਆਪਣੀ ਅੱਖਾਂ ਚੁੱਕ ਕੇ ਉਸ ਥਾਂ ਨੂੰ ਜਦੋਂ ਦੇਖਿਆ ਦੂਰੋਂ ਹੀ ਤੇ ਅਬਰਾਹਮ ਨੇ ਆਪਣੇ ਜਵਾਨਾਂ ਨੂੰ ਕਿਹਾ ਤੁਸੀਂ ਇੱਥੇ ਗਧੇ ਦੇ ਕੋਲ ਬੈਠੇ ਰਹੋ, ਮੈਂ ਔਰ ਮੁੰਡਾ ਦੂਰ ਥੋੜੀ ਦੂਰ ਜਾਵਾਂਗੇ ਤੇ ਫਿਰ ਅਸੀਂ ਉੱਥੇ ਸਿਜਦਾ ਕਰਕੇ ਤੇ ਵਾਪਸ ਮੁੜ ਆਵਾਂਗੇ। ਤੇ ਅਬਰਾਹਮ ਨੇ ਹੋਮ ਦੀ ਬਲੀ ਦੀਆਂ ਲੱਕੜੀਆਂ ਲੈ ਕੇ ਆਪਣੇ ਪੁੱਤਰ ਇਸਹਾਕ ਨੂੰ ਚੁਕਾ ਦਿੱਤੀਆਂ ਤੇ ਆਪਣੇ ਹੱਥ ਵਿੱਚ ਅਗਨੀ ਅੱਗ ਤੇ ਛੁਰੀ ਪਕੜ ਲਈ ਤੇ ਦੋਵੇਂ ਤੁਰੇ ਜਾ ਰਹੇ ਸਨ। ਤੇ ਇਸਹਾਕ ਨੇ ਆਪਣੇ ਪਿਤਾ ਅਬਰਾਹਮ ਨੂੰ ਕਿਹਾ ਪਿਤਾ ਜੀ। ਉਸਕੇ ਜੀ ਪੁੱਤਰ ਕੀ ਗੱਲ ਹੈ? ਤੇ ਕਹਿੰਦਾ ਹੈ ਕਿ ਵੇਖ ਅੱਗ ਵੀ ਹੈਗੀ ਆ, ਲੱਕੜੀਆਂ ਵੀ ਹੈਗੀਆਂ, ਪਰ ਹੋਮ ਬਲੀ ਲਈ ਲੇਲਾ ਕਿੱਥੇ ਹੈ? ਤੇ ਅਬਰਾਹਮ ਨੇ ਆਖਿਆ ਮੇਰੇ ਪੁੱਤਰ ਪਰਮੇਸ਼ਰ ਹੋਮ ਬਲੀ ਲਈ ਲੇਲਾ ਆਪੇ ਹੀ ਦੇਗਾ। ਉਹ ਦੋਵੇਂ ਇਕੱਠੇ ਤੁਰੇ ਗਏ ਉਸ ਥਾਂ ਉੱਤੇ ਜਾ ਪਹੁੰਚੇ ਜਿਹੜੀ ਪਰਮੇਸ਼ਰ ਨੂੰ ਦੱਸੀ ਸੀ, ਮੋਰੀਆ ਦਾ ਪਹਾੜ। ਉਸ ਲੱਕੜੀਆਂ ਉਸ ਉੱਤੇ ਚੁਣ ਦਿੱਤੀਆਂ ਤੇ ਆਪਣੇ ਪੁੱਤਰ ਇਸਹਾਕ ਨੂੰ ਬੰਨ ਦਿੱਤਾ ਤੇ ਉਸਨੇ ਵੇਦੀ ਉੱਪਰ ਲੱਕੜੀਆਂ ਦੇ ਉੱਤੇ ਰੱਖ ਦਿੱਤਾ। ਤਾਂ ਜਿੱਦਾਂ ਹੀ ਉਸਨੇ ਅਬਰਾਹਮ ਨੇ ਆਪਣਾ ਹੱਥ ਕੱਢ ਕੇ ਉਸ ਛੁਰੀ ਨੂੰ ਪਕੜਿਆ ਕਿ ਆਪਣੇ ਪੁੱਤਰ ਨੂੰ ਕੋਹੇ ਤੇ ਯਹੋਵਾ ਦੇ ਦੂਤ ਨੇ ਉਸਨੂੰ ਆਕਾਸ਼ੋਂ ਪੁਕਾਰਿਆ ਅਬਰਾਹਮ ਅਬਰਾਹਮ। ਉਸਨੇ ਦੱਸਿਆ ਮੈਂ ਹਾਜ਼ਰ ਹਾਂ। ਉਸ ਆਖਿਆ ਤੂੰ ਇਸ ਮੁੰਡੇ ਨੂੰ ਹੱਥ ਨਾ ਲਾਈ ਤੇ ਨਾ ਹੀ ਉਹਦੇ ਨਾਲ ਤੂੰ ਕੁਛ ਹੋਰ ਕਰੇ। ਮੈਂ ਜਾਣ ਗਿਆ ਹਾਂ ਕਿ ਤੂੰ ਪਰਮੇਸ਼ਰ ਤੋਂ ਭੈ ਖਾਂਦਾ ਹੈ ਕਿਉਂ ਤੂੰ ਆਪਣੇ ਇਕਲੌਤੇ ਲਾਡਲੇ ਅੱਗੇ ਪੁੱਤਰ ਦਾ ਲਿਹਾਜ਼ ਨਹੀਂ ਕੀਤਾ, ਸਰਫਾ ਨਹੀਂ ਕੀਤਾ। ਜਦੋਂ ਅਬਰਾਹਮ ਨੇ ਆਪਣੀ ਅੱਖਾਂ ਚੁੱਕ ਕੇ ਵੇਖਿਆ ਤਾਂ ਸਾਹਮਣੇ ਉਸਦੇ ਪਿੱਛੇ ਇੱਕ ਛਤਰਾ ਜਿਹਦੇ ਸਿੰਗ ਝਾੜੀ ਵਿੱਚ ਫਸੇ ਹੋਏ ਸਨ। ਤਾਂ ਅਬਰਾਹਮ ਗਿਆ ਔਰ ਛਤਰੇ ਨੂੰ ਪਕੜ ਕੇ ਲਿਆਂਦਾ ਔਰ ਉਸਨੂੰ ਆਪਣੇ ਪੁੱਤਰ ਦੀ ਥਾਂ ਹੋਣ ਦੀ ਬਲੀ ਚੜਾਇਆ। ਤਾਂ ਅਬਰਾਹਮ ਨੇ ਉਸ ਥਾਂ ਦਾ ਨਾਮ ਯਹੋਵਾ ਜ਼ਰੀ ਰੱਖਿਆ ਜਿਹੜਾ ਅੱਜ ਤੱਕ ਖਵਾਉਂਦਾ ਹੈ। ਯਹੋਵਾ ਦੇ ਪਰਬਤ ਉੱਤੇ ਇਹ ਅੱਜ ਤੱਕ ਰਖਾਉਂਦਾ ਹੈ ਕਿ ਯਹੋਵਾ ਦੇ ਪਰਬਤ ਉੱਤੇ ਦਿੱਤਾ ਜਾਵੇਗਾ। ਯਹੋਵਾ ਦੇ ਦੂਤ ਨੇ ਆਕਾਸ਼ੋਂ ਅਬਰਾਹਮ ਨੂੰ ਦੂਜੀ ਵਾਰੀ ਸੱਦਿਆ ਤੇ ਆਖਿਆ ਮੈਂ ਆਪ ਆਪਣੀ ਸੁਣ ਖਾਦੀ ਹੈ ਕਿ ਯਹੋਵਾ ਦਾ ਵਾਕ ਹੈ ਕਿ ਇਹ ਕੰਮ ਕੀਤਾ ਹੈ ਨਾ ਆਪਣੇ ਪੁੱਤਰ ਤੋਂ ਇਕਲੌਤੇ ਦਾ ਵੀ ਸਰਫਾ ਨਾ ਕਰਕੇ ਮੈਂ ਤੈਨੂੰ ਬਰਕਤਾਂ ਤੇ ਬਰਕਤਾਂ ਤੇ ਬਰਕਤਾਂ ਤੇ ਬਰਕਤਾਂ ਦਿਆਂਗਾ। ਤੇਰੀ ਆਮਦ ਨੂੰ ਤਾਲਤ ਨਹੀਂ ਸੁਣ ਕੰਨ ਤੇਰੇ ਜਿੰਨੀ ਅਸਤ ਔਰ ਬਹੁਤ ਹੋਵਾਂਗਾ। ਤੇਰੀ ਅੰਚ ਤੇਰੇ ਵੈਰੀਆਂ ਦੇ ਫਟਕਾ ਉੱਤੇ ਕਬਜ਼ਾ ਕਰੇਗੀ। ਤੇਰੀ ਅੰਚ ਵਿੱਚ ਧਰਤੀ ਦੇ ਸਾਰੇ ਕੋਮੋਂ ਬਰਕਤ ਹੋਣਗੇ ਕਿਉਂ ਜੋ ਤੈਨੂੰ ਮੇਰੇ ਬੋਲ ਨੂੰ ਸੁਣਿਆ। ਅਬਰਾਹਮ ਆਪਣੇ ਜਵਾਨਾਂ ਕੋਲ ਮੁੜ ਆਇਆ ਤੇ ਉੱਠ ਕੇ ਬੇਰਸ਼ਬਾ ਨੂੰ ਇਕੱਠੇ ਉੱਚ ਲਿਆਏ
ਔਰ ਅਬਰਾਹਮ ਬੈਰਸਬਾ ਵਿੱਚ ਆ ਕੇ ਟਿਕਿਆ ਤੇ ਇਹਨਾਂ ਗੱਲਾਂ ਦੇ ਹੋਇਆ ਹੋਇਆ ਕਿ ਅਬਰਾਹਮ ਨੂੰ ਦੱਸੇਗਾ ਕਿ ਵੀ ਮਿਲਕਾਤ ਵੀ ਤੇਰੇ ਭਰਾ ਦਾ ਹੋ ਚੱਲਿਆ ਅਰਥਾਤ ਉਸ ਦਾ ਮੁਖਿਆ ਤੇ ਉਸ ਦਾ ਪਹੁੰਚਦੇ ਕੰਕੁਇਲ आराम का पिता थे कसद और हजूर इल्दास और जिदलाफ और बर्थुएल ते बर्थुएल दे घर रिबका जमी ये 8 मिल्का अब्राहम दे भरा नहौर तो जनी उसने त्रेल जिसका नाम रूहम्बा सी अते तबा अते गहम अते अहश ते मिका मका नु जनी ਅਸੀਂ ਇਹਦੇ ਵਿੱਚ ਦੇਖ ਲਿਆ ਕਿ ਹੁਣ जवान हो चुकिया आ इसहाक ते ओदी गल हो रही आ जवानी दी ओदी जवानी दे गल दे नाल नाल असी ए भी देखिया है कि असी कित्थों तक पहुंचे कि अब्राहम तो खुदा ने मंगी हैगी कुर्बानी ओदे सके लाडले उस पुत दी जिन्हों ने 97 साल की उम्र दे विच जाके ते जम्मिया ते पर खुदा दे कोलों उन्हें ਅਸੀਂ ਦੇਖਦੇ ਕਿ ਕਾਹਤੋਂ ਉਹਨੇ ਉਸ ਕੁਰਬਾਨੀ ਦਾ ਜਿਹੜਾ ਹੈ ਨਾ ਕੋਈ ਕਿੰਤੂ ਪਰੰਤੂ ਕੋਈ ਸਵਾਲ ਨਹੀਂ ਕੀਤਾ ਇਹ ਉਹਦੇ ਰਿਸ਼ਤੇ ਦੀ ਗੱਲ ਹੈ ਅਸੀਂ ਸਾਡੇ ਕੋਲ ਕੋਈ ਇੱਕ ਕਮੀਜ਼ ਦੇ ਕੇ ਤਾਂ ਵਾਪਸ ਲੈਣ ਦੀ ਕੋਸ਼ਿਸ਼ ਕਰੇ ਤੇ ਅਸੀਂ ਉਹਦਾ ਸਾਰਾ ਖਾਨਦਾਨ ਕੋਣ ਦਿੰਦੇ ਆ ਤੇ ਅਸੀਂ ਉਹਨੂੰ ਗਾਲਾਂ ਕੱਢਣ ਉੱਤੇ ਲੋਕ ਗਾਲਾਂ ਤੇ ਉਤਰ ਆਉਂਦੇ ਆ ਕਿ ਇਹਨੇ ਮੈਨੂੰ ਦਿੱਤਾ ਕਿਉਂ ਸੀ ਜੇ ਇਹਨੇ ਵਾਪਸ ਮੰਗ ਲਿਆ ਇਹ ਹੁੰਦਾ ਕੌਣ ਹੈ ਇਹ ਮੈਨੂੰ ਕਹਿਣ ਵਾਲਾ कि मतलब मैं किया मैं दिता आ फर्क सी अब्राहम विच ते साडे च ते आ फर्क है क्योंकि अब्राहम दा जेड़ा यकीन है पेसा वो अज भी जिउंदा है ते आई वजह है कि उन्हें बरकत मिले ते आई वजह है जेड़े ओदे उत्ते पूरा उतरदे आ ओदी आवाज नूं सुनदे आ ओदी आवाज नूं सुन के किसी ने ओदा जिक्र नहीं करदे ਤੁਹਾਨੂੰ ਕੀ ਲੱਗਦਾ ਉਹਨੇ ਦੱਸਿਆ ਹੋਵੇਗਾ ਉਹਦੀ ਮਾਂ ਨੂੰ ਪੁੱਤ ਦੀ ਮਾਂ ਨੂੰ ਕਿ ਮੈਨੂੰ ਖੁਦਾ ਨੇ ਕਿਹਾ ਕਿ ਮੈਂ ਜੀ ਇਹਦੀ ਕੁਰਬਾਨੀ ਕਰਨੀ ਸਵਾਲ ਹੀ ਨਹੀਂ ਪੈਦਾ ਹੁੰਦਾ ਤੁਹਾਨੂੰ ਕੀ ਪਤਾ ਤੁਹਾਨੂੰ ਕੀ ਲੱਗਦਾ ਉਹਨੇ ਆਪਣੀ ਮਾਂ ਨੂੰ ਦੱਸਿਆ ਹੋਵੇਗਾ ਕਿ ਮੇਰੇ ਕੋਲ ਖੁਦਾ ਨੇ ਮੰਗਿਆ ਸਵਾਲ ਨਹੀਂ ਪੈਦਾ ਹੁੰਦਾ ਕਿਹਨੇ ਦੱਸਿਆ ਹੋ ਸਕਦਾ ਉੱਥੋਂ ਤੱਕ ਕਿ ਉਹਦੇ ਨਾਲ ਦੋ ਜਵਾਨ ਗਏ ਆ ਉਹਨਾਂ ਨੂੰ ਨਹੀਂ ਦੱਸਿਆ ਮੁੰਡੇ ਨੂੰ ਨਹੀਂ ਦੱਸਿਆ ਕੁਝ ਗੱਲਾਂ ਹੁੰਦੀਆਂ ਨੇ ਸਿਰਫ ਤੁਹਾਡੇ ਤੇ ਤੁਹਾਡੇ ਖੁਦਾ ਦੇ ਨੇ ਤੁਹਾਡਾ ਰਿਸ਼ਤਾ ਹੋਣਾ ਚਾਹੀਦਾ ਖੁਦਾ ਦੇ ਨਾਲ ਇਹੋ ਜਿਹਾ ਕਿ ਤੁਸੀਂ ਖੁਦਾ कि उस गल सुनो किसी होर दी गल ना सुनो अपने आप को संभाल ही कर देना अपने आप को पीछे हटो ना मैं देखदे वो गल पहुंची कि तो लगता कि ओनू शैतान ने नहीं क्या हो सकता है कि बड़े बुढ़े बारे दी तेरी औलाद आ उस उम्र दी जदों तू मर के कब्र दे विच मतलब फुट थल्ले जाने वाला सीगा दिमाग फिर गया है ना कि तू आ करदा ਤੁਹਾਨੂੰ ਕੀ ਲੱਗਦਾ ਉਹਨੂੰ ਮਤਲਬ ਸ਼ੈਤਾਨ ਨੇ ਆਬਵੀਅਸਲੀ ਉਹਨੇ ਬਾਕੀ ਸਾਰਿਆਂ ਨੂੰ ਤਾਂ ਸ਼ੇਅਰ ਨਹੀਂ ਕੀਤਾ ਇਸ ਕਰਕੇ ਬਾਕੀ ਸਾਰੇ ਤਾਂ ਉਹਨੂੰ ਨਹੀਂ ਕਹਿ ਸਕਦੇ ਹੋਰ ਕਿਸੇ ਤੋਂ ਵਰਤ ਨਹੀਂ ਸਕਦਾ ਫਿਰ ਈਗੋ ਦਾ ਸਵਾਲ ਨਹੀਂ ਪੈਦਾ ਹੁੰਦਾ ਕਿ ਉਹਦੇ ਵਿੱਚ ਈਗੋ ਕਿਉਂਕਿ ਉਹ ਖੁਦਾ ਦੇ ਨਾਲ ਜੁੜਿਆ ਹੋਇਆ ਈਗੋ ਉਦੋਂ ਉਤਪੰਨ ਹੁੰਦਾ ਤੁਹਾਡੇ ਵਿੱਚ ਹੰਕਾਰ ਜਦੋਂ ਤੁਸੀਂ ਖੁਦਾ ਦੇ ਤੇ ਆਪਣੇ ਵਿਚਾਲੇ ਜਗ੍ਹਾ ਛੱਡ ਦਿਓ ਥੋੜੀ ਬਹੁਤੀ ਵੀ ਜਦੋਂ ਜਗ੍ਹਾ ਤੁਹਾਡੇ ਵਿਚਾਲੇ ਆ ਜਾਂਦੀ ਨਾ ਤੇ ਈਗੋ ਦਾ ਉਤਪੰਨ ਹੋਣਾ ਬਹੁਤ ਜ਼ਰੂਰੀ ਹੈ ਇਸੇ ਤਰ੍ਹਾਂ ਅਸੀਂ ਇਹਦੇ ਜਿਹੜਾ ਹੈਗਾ ਆ ਜਾਣਦੇ ਆ ਆਪਾਂ ਮੱਤੀ ਦਾ ਜਿਹੜਾ ਪਾਈਆਂ ਅਗਰ ਦੇਖਦੇ ਆ ਪਹਿਲਾ ਚੈਪਟਰ ਤਾਂ ਕਿ ਅਸੀਂ ਉਹਦਾ ਵੀ ਕਰੀਏ ਫਿਰ ਖੁਦਾ ਬਹੁਤ ਹੀ ਜ਼ਬਰਦਸਤ ਬਹੁਤ ਹੀ ਆਪਾਂ ਨੂੰ ਇਹ ਮਿਲਿਆ ਹੈਗਾ ਆ ਬਰਕਤ ਵਾਲਾ ਮੱਤੀ ਚੈਪਟਰ 22 ਅਸੀਂ ਇਹ ਜਿਹੜਾ ਹੈਗਾ ਬੜਾ ਇੰਟਰਸਟਿੰਗ ਹੈਗਾ ਰਾਜਕੁਮਾਰ ਦਾ ਵਿਆਹ ਤੇ ਇੱਥੇ ਵੀ ਮੁੜ ਕੇ ਨਾ ਅਜ਼ਮਾਇਸ਼ ਦੀ ਕੁਐਸਚਨ ਆ ਇਹ ਦੋਨੋਂ ਜਿਹੜੇ ਅਜ਼ਮਾਇਸ਼ ਦੇ ਨਾਲ ਨਾਲ ਤੁਰ ਰਹੇ ਆ ਹਨਾ ਮੈਥਿਊ ਚੈਪਟਰ 22 ਯਿਸੂ ਨੇ ਅੱਗੋਂ ਉਹਨਾਂ ਦੇ ਨਾਲ ਪਹੇਲੀਆਂ ਵਿੱਚ ਫਿਰ ਗੱਲ ਕੀਤੀ ਤੇ ਕਿਹਾ ਕਿ ਸਵਰਗ ਦਾ ਰਾਜ ਇੱਕ ਪਾਤਸ਼ਾਹ ਵਰਗਾ ਜਿਹਨੇ ਆਪਣੇ ਪੁੱਤ ਦਾ ਵਿਆਹ ਕੀਤਾ ਸੱਦੇ ਹੋਏ ਨੂੰ ਵਿਆਹ ਵਿੱਚ ਸੱਦਣ ਲਈ ਉਹਨੇ ਆਪਣੇ ਨੌਕਰਾਂ ਨੂੰ ਘੱਲਿਆ ਤੇ ਉਹ ਜਦੋਂ ਆਉਣ ਨੂੰ ਨਾ ਰਾਜੀ ਹੋਏ ਤੇ ਉਹਨੇ ਹੋਰ ਨੌਕਰਾਂ ਨੂੰ ਇਹ ਕਹਿ ਕੇ ਘੱਲਿਆ ਕਿ ਜੇ ਸੱਦੇ ਹੋਏ ਨੂੰ ਕਹੋ ਕਿ ਵੇਖੋ ਮੈਂ ਤਾਂ ਆਪਣਾ ਖਾਣਾ ਤਿਆਰ ਕੀਤਾ ਮੇਰੇ ਕੋਲ ਬੈਗ ਮੇਰੇ ਕੋਲ ਮੋਟੇ ਮੋਟੇ ਜਵਾਨੀ ਵੀ ਕੋਲ ਹੈ ਔਰ ਸਭ ਕੁਝ ਤਿਆਰ ਹੈ ਤੁਸੀਂ ਵਿਆਹ ਵਿੱਚ ਚੱਲੋ ਉਹ ਬੇਪਰਵਾਹੀ ਕਰਕੇ ਚਲੇ ਗਏ ਕੋਈ ਆਪਣੇ ਖੇਤ ਨੂੰ ਕੋਈ ਆਪਣੇ ਵਣਜ ਵਪਾਰ ਨੂੰ
ਤੇ ਕੁਛ ਲੋਕਾਂ ਨੇ ਉਹਦੇ ਜਿਹੜੇ ਨੌਕਰ ਚਾਕਰਾਂ ਦੀ ਫੜ ਕੇ ਪੱਤ ਲਾਈ, ਉਹਨਾਂ ਨੂੰ ਮਾਰ ਥੱਪੜ ਮਾਰ ਆਰ ਪਾਰ ਮਾਰ ਸੁੱਟਿਆ। ਤਾਂ ਪਾਤਸ਼ਾਹ ਨੂੰ ਬੜਾ ਕ੍ਰੋਧ ਆਇਆ, ਉਹਨੇ ਆਪਣੇ ਫੌਜਾਂ ਘੱਲ ਕੇ ਉਹਨਾਂ ਖੂਨੀਆਂ ਦਾ ਨਾਸ਼ ਕਰਵਾਇਆ ਤੇ ਸ਼ਹਿਰ ਉਹਨਾਂ ਦਾ ਫੂਕ ਦਿੱਤਾ। ਤਦ ਉਹਨੇ ਆਪਣੇ ਚਾਕਰਾਂ ਨੂੰ ਆਖਿਆ, ਵਿਆਹ ਦਾ ਸਮਾਨ ਤੇ ਤਿਆਰ ਹੈ। ਸੱਦੇ ਹੋਏ ਨਲਾਇਕ ਨਿਕਲੇ, ਤੁਸੀਂ ਚੁਰਾਇਆ ਵਿੱਚ ਜਾਓ ਤੇ ਜਿੰਨੇ ਤੁਹਾਨੂੰ ਮਿਲਣ ਵਿਆਹ ਵਿੱਚ ਉਹਨਾਂ ਨੂੰ ਸੱਦ ਲਿਆਓ, ਜਿੰਨੇ ਤੁਹਾਨੂੰ ਮਿਲਣ ਵਿਆਹ ਵਿੱਚ ਉਹਨਾਂ ਨੂੰ ਸੱਦ ਲਿਆਓ। ਤੇ ਮਾਲ ਚਾਕਰ ਰਸਤਿਆਂ ਉੱਤੇ ਬਾਹਰ ਜਾ ਕੇ ਬੁਰੇ ਭਲੇ ਜਿੰਨੇ ਉਹਨਾਂ ਨੂੰ ਮਿਲੇ ਸਾਰਿਆਂ ਨੂੰ ਇਕੱਠੇ ਕਰਕੇ ਲੈ ਆਏ ਤੇ ਵਿਆਹ ਵਾਲਾ ਘਰ ਮੇਲੀਆਂ ਨਾਲ ਭਰ ਗਿਆ। ਪਰ ਜਦੋਂ ਪਾਤਸ਼ਾਹ ਮੇਲੀਆਂ ਨੂੰ ਵੇਖਣ ਲਈ ਅੰਦਰ ਆਇਆ ਤਾਂ ਦੇਖੋ ਉੱਥੇ ਇੱਕ ਆਦਮੀ ਨੂੰ ਉਹਨੇ ਵੇਖਿਆ ਜਿਹੜਾ ਵਿਆਹੁਣੇ ਕੱਪੜੇ ਪਹਿਨੇ ਹੋਏ ਨਹੀਂ ਸੀ। ਤੇ ਉਹਨਾਂ ਨੂੰ ਕਿਹਾ ਕਿ ਤੂੰ ਇੱਥੇ ਵਿਆਹੁਣੇ ਕੱਪੜੇ ਬਾਅਦ ਕਿਸ ਤਰ੍ਹਾਂ ਅੰਦਰ ਆ ਗਿਆ। ਉਹ ਚੁੱਪ ਹੀ ਰਿਹਾ। ਤਾਂ ਪਾਤਸ਼ਾਹ ਨੇ ਟਹਿਲਾਂ ਨੂੰ ਕਿਹਾ ਕਿ ਇਹਦੇ ਹੱਥ ਪੈਰ ਬੰਨ ਕੇ ਇਹਨੂੰ ਬਾਹਰ ਦੇ ਅੰਧਕੋਰ ਵਿੱਚ ਸੁੱਟ ਦਿਓ, ਉੱਥੇ ਰੋਣਾ ਕਿੱਥੇ ਦਾ ਬੈਠਣਾ ਹੋਵੇਗਾ, ਕਿਉਂਕਿ ਸੱਦੇ ਹੋਏ ਤਾਂ ਬਹੁਤ ਹਨ ਪਰ ਚੁਣੇ ਹੋਏ ਥੋੜੇ। ਇੱਥੇ ਅਸੀਂ ਇਹਦਾ ਬਾਅਦ ਕਰਦੇ ਹਾਂ। ਤਦ ਫਰੀਸੀਆਂ ਨੇ ਆ ਕੇ ਮਤਾ ਪਕਾਇਆ ਜੋ ਉਹਨੂੰ ਕਿਸ ਤਰ੍ਹਾਂ ਗੱਲਾਂ ਵਿੱਚ ਫਸਾਉਣ ਤੇ ਆਪਣੇ ਚੇਲਿਆਂ ਨੂੰ ਜੋ ਹੈਰੋਦੇਸੀਆਂ ਦੇ ਨਾਲ ਦੇ ਲੋਕੀ ਸਨ ਉਹਨਾਂ ਦੇ ਕੋਲ ਭੇਜਿਆ ਕਿ ਉਹਨਾਂ ਆਪਣੇ ਚੇਲਿਆਂ ਨੂੰ ਹੈਰੋਦੀਆਂ ਦੇ ਨਾਲ ਉਸਦੇ ਕੋਲ ਭੇਜਿਆ ਕਿ ਉਹ ਆਖਣਗੇ, ਗੁਰੂ ਜੀ ਅਸੀਂ ਜਾਣਦੇ ਕਿ ਤੂੰ ਸੱਚਾਈ ਤੇ ਚੱਲਦਾ ਹੈ, ਪਰਮੇਸ਼ਰ ਦਾ ਰਾਹ ਦੱਸਦਾ ਹੈ, ਤੈਨੂੰ ਕਿਸੇ ਦੀ ਪਰਵਾਹ ਨਹੀਂ ਕਿਉਂਕਿ ਤੂੰ ਆਦਮੀਆਂ ਦਾ ਪੱਖਪਾਤ ਨਹੀਂ ਕਰਦਾ। ਪਰ ਸਾਨੂੰ ਇਹ ਦੱਸ ਕਿ ਤੂੰ ਸਮਝਦਾ ਵੀ ਕੈਸਰ ਨੂੰ ਜਜ਼ੀਆ ਜਿਹੜਾ ਆ ਟੈਕਸ ਦੇਣਾ ਜ਼ਰੂਰ ਕਿ ਨਹੀਂ। ਯਿਸੂ ਨੇ ਉਹਨਾਂ ਦੀ ਸ਼ਰਾਰਤ ਨੂੰ ਜਾਣਿਆ ਤੇ ਜਾ ਕੇ ਕਪਟੀਓ ਤੁਸੀਂ ਮੈਨੂੰ ਕਾਹਤੋਂ ਤੁਸੀਂ ਅਜਮਾਉਂਦੇ ਹੋ, ਜਜ਼ੀਏ ਦਾ ਸਿੱਕਾ ਮੈਨੂੰ ਵਿਖਾਓ। ਇੱਕ ਠਾਨੀ ਉਹਦੇ ਕੋਲ ਲਿਆਏ ਤੇ ਉਹਨੇ ਕਿਹਾ ਕਿ ਮੂਰਤ ਕਿਹਦੀ ਤੇ ਲਿਖ ਕਿਹਦੀ। ਉਹਨਾਂ ਨੂੰ ਕਿਹਾ ਜੀ ਕੈਸਰ ਦੀ। ਤਦੋਂ ਉਹਨੇ ਕਿਹਾ ਕਿ ਜਿਹੜਾ ਕੈਸਰ ਦਾ ਉਹ ਕੈਸਰ ਨੂੰ ਦਿਓ, ਜਿਹੜਾ ਪਰਮੇਸ਼ਰ ਦਾ ਪਰਮੇਸ਼ਰ ਨੂੰ ਦਿਓ। ਉਹਨਾਂ ਨੇ ਉਹਦੀ ਇਹ ਗੱਲ ਸੁਣ ਕੇ ਬੜੀ ਹੈਰਾਨੀ ਮੰਨੀ ਤੇ ਉਹਨੂੰ ਛੱਡ ਕੇ ਉਹ ਚਲੇ ਗਏ। ਉਸੇ ਨੂੰ ਸਦੂਕੀ ਜਿਹੜੇ ਕਹਿੰਦੇ ਸਨ ਕਿ ਕਿਆਮਤ ਨਹੀਂ ਹੋਣੀ ਉਹਦੇ ਕੋਲ ਆਏ। ਉਹਨਾਂ ਨੇ ਕਿਹਾ ਕਿ ਉਹ ਤੋਂ ਸਵਾਲ ਪੁੱਛਿਆ ਕਿ ਗੁਰੂ ਜੀ ਮੂਸਾ ਨੇ ਕਿਹਾ ਸੀ ਵੀ ਜੇ ਕੋਈ ਔਂਤ ਬਿਨਾਂ ਪੈਦਾ ਕਰਨ ਦੇ ਬੱਚਾ ਬਾਲ ਬੱਚਾ ਮਰ ਜਾਵੇ ਤੇ ਉਹਦਾ ਭਾਈ ਉਹਦੀ ਵਾਈਫ ਔਰਤ ਨਾਲ ਵਿਆਹ ਕਰ ਲਵੇ ਵੀ ਉਹ ਆਪਣੇ ਭਾਈ ਲਈ ਅੰਸ਼ ਉਤਪੰਨ ਕਰੇ। ਜੇ ਸੋ ਸਾਡੇ ਵਿੱਚ 7 ਭਾਈ ਸਨ ਤੇ ਪਹਿਲਾ ਵਿਆਹ ਕਰਕੇ ਮਰ ਗਿਆ ਬੇਔਲਾਦਾ ਹੋਣ ਕਰਕੇ ਉਹਦੇ ਭਾਈ ਨੇ ਆਪਣੀ ਪਤਨੀ ਉਹਦੇ ਲਈ ਛੱਡ ਗਿਆ ਤੇ ਦੂਜਾ ਇਸ ਤਰ੍ਹਾਂ ਦੂਜਾ ਵੀ ਤੇ ਤੀਆ ਵੀ ਤੇ 7ਵੇਂ ਤੀਕ ਸਾਰੇ ਮਰ ਗਏ। ਸਾਰਿਆਂ ਦੇ ਪਿੱਛੋਂ ਫਿਰ ਉਹ ਔਰਤ ਵੀ ਮਰ ਗਈ। ਹੁਣ ਕਿਆਮਤ ਨੂੰ ਉਹ 7 ਵਿੱਚੋਂ ਕਿਹਦੀ ਪਤਨੀ ਖਵਾਓ, ਕਿਉਂਕਿ 7 ਨੇ ਹੀ ਉਹਨੂੰ ਆਪਣੇ ਘਰ ਵਸਾਇਆ ਸੀ। ਜਿਸ ਨੂੰ ਉੱਤਰ ਦਿੱਤਾ ਕਿ ਕਿਤਾਬਾਂ ਔਰ ਪਰਮੇਸ਼ਰ ਦੀ ਸਮਰੱਥਾ ਨੂੰ ਨਹੀਂ ਜਾਣਦੇ ਤੇ ਭੁੱਲ ਵਿੱਚ ਪਏ ਹੋਏ ਹੋ, ਕਿਉਂਕਿ ਕਿਆਮਤ ਵਿੱਚ ਨਾ ਤਾਂ ਵਿਆਹ ਕਰਦੇ ਹਨ ਤੇ ਨਾ ਹੀ ਵਿਆਹੇ ਜਾਂਦੇ ਹਨ ਤੇ ਸਵਰਗ ਵਿੱਚ ਉਹ ਦੂਤਾਂ ਵਰਗੇ ਹਨ, ਫਰਿਸ਼ਤਿਆਂ ਵਰਗੇ। ਪਰ ਮੁਰਦਿਆਂ ਦੀ ਕਿਆਮਤ ਦੇ ਵਿਖੇ ਤੁਸੀਂ ਨਹੀਂ ਪੜਿਆ ਵੀ ਪਰਮੇਸ਼ਰ ਨੇ ਤੁਹਾਨੂੰ ਕੀ ਆਖਿਆ ਕਿ ਮੈਂ ਅਬਰਾਹਮ ਦਾ, ਇਸਹਾਕ ਦਾ, ਯਾਕੂਬ ਦਾ ਪਰਮੇਸ਼ਰ ਹਾਂ। ਉਹ ਮੁਰਦਿਆਂ ਦਾ ਪਰਮੇਸ਼ਰ ਨਹੀਂ, ਜਿਉਂਦਿਆਂ ਦਾ ਪਰਮੇਸ਼ਰ ਹੈ। ਇਹ ਉਹ ਲੋਕ ਸੁਣ ਕੇ ਗੱਲ ਉਹਦੇ ਉਪਦੇਸ਼ ਤੋਂ ਹੈਰਾਨ ਹੋਏ ਤਾਂ ਫਰੀਸੀਆਂ ਨੇ ਜਦੋਂ ਸੁਣਿਆ ਕਿ ਉਹਨੇ ਸਦੂਕੀਆਂ ਦਾ ਮੂੰਹ ਬੰਦ ਕਰ ਦਿੱਤਾ ਤੇ ਉਹ ਇੱਕ ਥਾਂ ਇਕੱਠੇ ਹੋਏ ਤੇ ਉਹਨਾਂ ਚੋਂ ਇੱਕ ਨੇ ਜਿਹੜਾ ਸ਼ਰਅ ਸਿਖਾਉਣ ਵਾਲਾ ਸੀ ਉਹਦੇ ਅਜ਼ਮਾਉਣ ਲਈ ਸਵਾਲ ਕੀਤਾ ਕਿ ਗੁਰੂ ਜੀ ਤੁਰੀਦ ਵਿੱਚ ਤਾਂ ਵੱਡਾ ਹੁਕਮ ਸਭ ਤੋਂ ਕਿਹੜਾ ਹੈ। ਉਹਨੂੰ ਕਿਹਾ ਕਿ ਸਭ ਤੋਂ ਵੱਡੇ 2 ਹੁਕਮ ਹੈ ਜਿਨ੍ਹਾਂ ਉੱਤੇ ਪੂਰੀ ਦੀ ਪੂਰੀ ਤੁਰੀਦ ਟਿਕੀ ਹੋਈ ਹੈ। ਤੂੰ ਆਪਣੇ ਪਰਮੇਸ਼ਰ ਨੂੰ ਸਾਰਾ ਦਿਲ, ਸਾਰੀ ਜਾਨ ਤੇ ਸਾਰੇ ਬਲ ਤੇ ਸਾਰੀ ਬੁੱਧ ਨਾਲ ਪਿਆਰ ਕਰ। ਸਭ ਤੋਂ ਪਹਿਲਾ ਤੇ ਵੱਡਾ ਹੁਕਮ ਇਹੋ ਹੀ ਹੈ ਤੇ ਦੂਜਾ ਇਹ ਆ ਕਿ ਆਪਣੇ ਗੁਆਂਢੀ ਨੂੰ ਵੀ ਆਪਣੇ ਵਰਗਾ ਪਿਆਰ ਕਰ। ਇਹਨਾਂ ਦੋਵਾਂ ਕੌਮਾਂ ਉੱਤੇ ਤੁਰੇਗੇ ਤੇ ਨਬੀਆਂ ਦੇ ਸਾਰੇ ਬਚਨ ਟਿਕੇ ਹਨ। ਜਿਸ ਵੇਲੇ ਫਰੀਸੀ ਇਕੱਠੇ ਸਨ ਯਿਸੂ ਨੇ ਉਹਨਾਂ ਨੂੰ ਪੁੱਛਿਆ, ਮਸੀਹ ਦੇ ਹੱਕ ਵਿੱਚ ਤੁਸੀਂ ਕੀ ਸਮਝਦੇ ਹੋ ਕਿ ਕਿਹਦਾ ਪੁੱਤਰ ਹੈ? ਉਹਨਾਂ ਨੇ ਆਖਿਆ ਜੀ ਦਾਊਦ ਦਾ। ਉਹਨਾਂ ਨੂੰ ਕਹਿੰਦੇ ਫਿਰ ਦਾਊਦ ਦੀ ਆਤਮਾ ਕਿਉਂ ਕਹਿੰਦੀ ਹੈ ਕਿ ਪ੍ਰਭੂ ਨੇ ਮੇਰੇ ਪ੍ਰਭੂ ਨੂੰ ਕਿਹਾ ਕਿ ਤੂੰ ਮੇਰੇ ਸੱਜੇ ਹੱਥ ਬੈਠ ਜਦੋਂ ਤੱਕ ਮੈਂ ਤੇਰੇ ਵੈਰੀਆਂ ਨੂੰ ਤੇਰੇ ਪੈਰਾਂ ਥੱਲੇ ਨਾ ਕਰ ਦਿਆਂ। ਉਹਨੇ ਕਿਉਂ ਕਿਹਾ ਕਿ ਪਰਮੇਸ਼ਰ ਨੇ ਪ੍ਰਭੂ ਨੂੰ ਕਿਹਾ ਕਿ ਤੂੰ ਮੇਰੇ ਸੱਜੇ ਹੱਥ ਬੈਠ ਜਦੋਂ ਤੱਕ ਮੈਂ ਤੇਰੇ ਵੈਰੀਆਂ ਨੂੰ ਤੇਰੇ ਪੈਰਾਂ ਦੇ ਥੱਲੇ ਨਾ ਕਰ ਦਿਆਂ। ਤਾਂ ਦਾਊਦ ਉਹਨਾਂ ਨੂੰ ਆਖਦਾ ਹੈ ਕਿ ਉਹਦਾ ਪੁੱਤਰ ਫਿਰ ਉਹ ਕਿਸ ਤਰ੍ਹਾਂ ਹੋਇਆ ਜਦੋਂ ਦਾਊਦ ਨੂੰ ਇਹ ਆਖਦਾ ਹੈ, ਪ੍ਰਭੂ ਆਖਦਾ ਹੈ, ਪਰਮੇਸ਼ਰ ਕਹਿ ਕੇ ਉਹਨੂੰ ਬੁਲਾਉਂਦਾ ਹੈ। ਤੇ
ਕੋਈ ਉਹਦੇ ਇਸ ਬਚਨ ਦਾ ਜਵਾਬ ਨਾ ਦੇ ਸਕਿਆ, ਨਾ ਹੀ ਕਿਸੇ ਦਾ ਉਸ ਦਿਨ ਤੋਂ ਪਿੱਛੋਂ ਮੁੜ ਕੇ ਇਹ ਜਿਗਰਾ ਹੌਸਲਾ ਹੀ ਹੋ ਪਿਆ ਕਿ ਉਹਨੂੰ ਕੋਈ ਸਵਾਲ ਕਰੇ। ਅਸੀਂ ਬਹੁਤ 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 ਜ਼ਬਰਦਸਤ ਜਿਹੜੀਆਂ ਪਹੇਲੀਆਂ ਤੈਨੂੰ ਇੱਥੇ ਦੇਖੀਆਂ ਆ ਕਿ ਇਹਦੇ ਵਿੱਚ ਅਸੀਂ ਸਾਫ਼ ਹੀ ਦੇਖ ਲਿਆ ਕਿ ਖੁਦਾ ਬਾਪ ਜਿਹੜੇ ਆ ਉਹ ਇਹ ਕਹਿ ਰਹੇ ਆ ਕਿ ਪ੍ਰਤਿਆਵੇ ਦੇ ਵਿੱਚ ਸੱਦੇ ਹੋਏ ਬਹੁਤ ਆ ਪਰ ਚੁਣੇ ਹੋਏ ਥੋੜੇ। ਹੁਣ ਖੁਦਾ ਨੂੰ ਤਰਸ ਹਰ ਕਿਸੇ ਤੇ ਆਉਂਦਾ ਆ ਕਿਉਂਕਿ ਤਰਸ ਨਾਲ ਪਿਆਰ ਨਾਲ ਭਰਿਆ ਹੋਇਆ ਖੁਦਾ ਆ। ਉਹਨੇ ਪਿਆਰ ਦਾ ਤੁਹਾਨੂੰ ਬਾਰ-ਬਾਰ ਨਮੂਨਾ ਦਿੱਤਾ ਪਰ ਚੁਣੇ ਹੋਏ ਥੋੜੇ ਆ ਕਿਉਂਕਿ ਵਿਆਹ ਦੇ ਘਰ ਸਾਨੂੰ ਦੱਸਦਾ ਕਿ ਜਿਹੜਾ ਵਿਆਹਲਾ ਕੱਪੜਾ ਨਹੀਂ ਪਾਇਆ ਸੀ। ਹੁਣ ਵਿਆਹਲਾ ਕੱਪੜਾ ਜਿਹੜਾ ਇੱਥੇ ਵਿਆਹ ਵਾਲਾ ਕੱਪੜਾ ਪਾਇਆ ਵੀ ਕਹਿ ਦਿੰਦੇ ਆ, ਅੱਜ ਕਿਹਾ ਜਾਂਦਾ ਕਿ ਤੁਸੀਂ ਕਿਸੇ ਦੇ ਫਸਦੇ ਜਾਣਾ ਸੋਹਣੇ 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 ਸੁਨੱਖੇ ਬਣ ਕੇ ਜਾਓ ਤਾਂ ਕਰਕੇ ਤੁਸੀਂ ਉਹਨਾਂ ਵਰਗੇ ਲੱਗੋ। ਹੁਣ ਇੱਥੇ ਸੋਹਣਾ ਸੁਨੱਖਾ ਉਹਦਾ ਰੂਪ ਵੀ ਦੇਖਿਆ ਆ, ਉਹਦਾ ਮਤਲਬ ਉਹਦਾ ਵਤੀਰਾ ਵੀ ਸੋਹਣਾ ਦੇਖਿਆ ਕਿ ਮੇਰਾ ਕੱਪੜਾ ਜਿਹੜਾ ਰਾਜਕੁਮਾਰ ਦਾ ਵਿਆਹ ਇੱਥੇ ਸਾਨੂੰ ਐਕਚੁਅਲੀ ਜਿਹੜੀ ਦਿੱਤੀ ਗਈ ਇੱਥੇ ਖੁਦਾ ਦੇ ਆਪਣੇ ਯਿਸੂ ਮਸੀਹ ਦੇ ਆਪਣੇ ਵਿਆਹ ਦੀ ਗੱਲ ਕੀਤੀ ਹੈ ਉਹਨਾਂ ਨੇ, ਜਿਹੜਾ ਕਿ ਹੈ ਹੀ ਨਹੀਂ ਮਤਲਬ ਅਸੀਂ ਕਲੀਸਿਆ ਉਹਦੀ ਦੁਲਹਨ ਨੂੰ ਸਾਡੇ ਨਾਲ ਉਹਦੇ ਮੇਲ ਦੀ ਗੱਲ ਕੀਤੀ ਹੋਈ ਹੈ, ਸਾਡੇ ਨਾਲ ਉਹਦੇ ਬੁਲਾਉਣ ਦੀ ਗੱਲ ਕੀਤੀ ਗਈ ਕਿਉਂਕਿ ਬਹੁਤੇ ਨਹੀਂ ਆਏ, ਬਹੁਤਿਆਂ ਨੇ ਉਹਦੇ ਚੱਕਰਾਂ ਨੂੰ ਮਾਰ ਸੁੱਟਿਆ, ਰੂਹਾਂ ਦੇ ਵਿਛਾਉਣ ਦੀ ਗੱਲ ਕੀਤੀ ਹੋਈ ਹੈ। ਉਹਨਾਂ ਨੇ ਕਹਿ ਦਿੱਤਾ ਕਿ ਉਹਨਾਂ ਨੂੰ ਨੌਕਰਾਂ ਨੂੰ ਮਾਰ ਸੁੱਟਿਆ, ਉਹਦੇ ਜਿਹੜੇ ਹੈਗੇ ਚੇਲੇ ਉਹਨਾਂ ਨੇ ਮਤਲਬ ਕੀਤਾ ਆ ਉਹਨਾਂ ਨੇ ਲਾਪਾ ਕੀਤੀਆਂ ਹਨਾ। ਤੇ ਫਿਰ ਉਹਨੇ ਦੁਬਾਰਾ ਬਿਲਕੁਲ ਠੀਕ ਉਸ ਜਿੱਦਾਂ ਜਿਸ ਤਰ੍ਹਾਂ ਅਸੀਂ ਜਦੋਂ ਵੰਡਣ ਜਾਂਦੇ ਹਾਂ ਖੁਸ਼ਖਬਰੀ, ਤੁਸੀਂ ਦੇਸ਼ ਵਿਦੇਸ਼ ਜਾਣਾ ਸ਼ੁਰੂ ਕਰਦੇ ਆ ਤਾਂ ਖੁਸ਼ ਤਾਂ ਬਾੜੇ ਤੁਹਾਡੇ ਲਾਪਾ ਕਰਦੇ ਆ, ਤੁਹਾਨੂੰ ਸਮਝਦੇ ਨਹੀਂ ਕੁਛ, ਤੁਹਾਨੂੰ ਦਿੰਦੇ ਇੱਥੋਂ ਤੱਕ ਕਿ ਮਾਰ ਵੀ ਦਿੰਦੇ ਕਿਉਂਕਿ ਬਹੁਤ ਲੋਕ ਕੀ ਆ ਜਿਨ੍ਹਾਂ ਨੇ ਜਾਣਾ ਚਲੇ ਗਏ। ਅਕਸਰ ਪੜਿਆ ਜਾਂਦਾ ਕਿ ਖੁਸ਼ਖਬਰੀ ਵੰਡਦੇ ਸੀਗੇ ਤੇ ਉਹਨਾਂ ਨੂੰ ਆ ਹੋ ਗਿਆ ਹਨਾ। ਪਰ ਫਿਰ ਵੀ ਮਤਲਬ ਖੁਦਾ ਫਿਰ ਹੋਰਾਂ ਨੂੰ ਭੇਜਦਾ ਆ, ਉਹਨਾਂ ਵਿੱਚੋਂ ਬਹੁਤ ਉਹ ਜਦੋਂ ਮਤਲਬ ਜਿਹੜੇ ਕਹਿ ਕਿ ਸਾਰੇ ਬੁਰੇ ਭਲੇ ਸਾਰਿਆਂ ਨੂੰ ਇਕੱਠਾ ਕਰਕੇ ਲੈ ਆਏ ਕਿ ਉਹਨਾਂ ਨੂੰ ਇੱਕ ਮੌਕਾ ਮਿਲੇ ਉਹਦੀ ਜਿਹੜੀ ਉਸ ਮੇਲ ਦੇ ਵਿੱਚ ਜ਼ਿੰਦਗੀ ਸਦਾ ਬਚਣ ਦੇ ਵਿੱਚ ਆਉਣ ਦਾ। ਜਦੋਂ ਉਹਦੇ ਵਿੱਚ ਸਾਰਿਆਂ ਦੇ ਵਿੱਚ ਇੱਕ ਜਿਹੜਾ ਨਾ ਵਿਓਲੇ ਕੱਪੜੇ ਵਾਲਾ ਨਿਕਲਿਆ ਕਿ ਭਾਵ ਕਿ ਉਹ ਆਇਆ ਹੋਇਆ ਤਾਂ ਹੈਗਾ ਆ ਤਾਂ ਗਿਆ ਕਿਸੇ ਵੀ ਤਰ੍ਹਾਂ ਜੱਪਾ ਤੱਕੀ ਦੇ ਵਿੱਚ ਕਿਸੇ ਬੁਲਾਏ ਜਾਂ ਕਿਸੇ ਲਾਲਚ ਦੇ ਕਾਰਨ ਜਾਂ ਖਾਣਾ ਹੀ ਖਾਣ ਦੇ ਕਾਰਨ ਕਿ ਕੁਛ ਤਾਂ ਹੋਏਗਾ ਉੱਥੇ, ਪਰ ਉਹ ਵਿਓਲੇ ਕੱਪੜਿਆਂ 'ਚ ਨਹੀਂ ਆ। ਮਤਲਬ ਉਹ ਉਹਦੇ ਵਿੱਚ ਉਹ ਅੰਦਰੋਂ ਠੀਕ ਤਰੀਕੇ ਨਾਲ ਉਹਨੇ ਪੂਰੀ ਕੋਸ਼ਿਸ਼ ਪੂਰਾ ਯਤਨ ਕਰਕੇ ਉਸ ਤਰੀਕੇ ਦਾ ਨਹੀਂ ਆ ਜਿਸ ਤਰ੍ਹਾਂ ਦੇ ਬਾਕੀ ਦੇ ਕਿ ਉਹ ਚੁਣਿਆ ਜਾ ਸਕੇ। ਜਦੋਂ ਹੁਣ ਕਈ ਵਾਰੀ ਇਹ ਵੀ ਹੁੰਦਾ ਕਿ ਪੂਰਾ ਅੰਦਰੋਂ ਆਪਣਾ ਮਨ ਆਪਣੀ ਰੂਹ ਆਪਣੀ ਜਾਨ ਦੇ ਨਾਲ ਨਹੀਂ, ਫਿਰ ਬਾਅਦ ਵੀ ਅਸੀਂ ਦੇਖ ਲਿਆ ਕਿ ਉਹਨੇ ਕਿਹਾ ਕਿ ਪਰਮੇਸ਼ਰ ਦਾ ਜਿਹੜਾ ਕੰਮ ਹੈ ਨਾ ਮਤਲਬ ਉਹਨੂੰ ਪੂਰਾ ਦਿਲ ਪੂਰੀ ਜਾਨ ਪੂਰੀ ਅਕਲ ਦੇ ਨਾਲ ਹੈ ਨਾ ਤੂੰ ਕਰ ਆਪਣਾ ਲਾ ਉਹਦੇ ਨਾਲ ਮਨ ਪੂਰੀ ਜਾਨ ਪੂਰਾ ਦਿਲ ਪੂਰੀ ਅਕਲ, ਪਿੱਛੇ ਨਹੀਂ ਕੁਛ ਵੀ ਰੱਖਣਾ ਨਾ। ਉਸ ਦੇ ਪਿੱਛੇ ਆਪਾਂ ਪੜ੍ਹ ਕੇ ਆਏ ਆ ਦੇਖ ਕੇ ਕਿ ਅਬਰਾਹਮ ਨੇ ਆਪਣੇ ਇਕਲੌਤੇ ਪੁੱਤਰ ਦਾ ਸਰਫਾ ਨਹੀਂ ਕੀਤਾ, ਉਹਨੇ ਉਹ ਲੈ ਗਿਆ ਪੂਰਾ ਨਹੀਂ ਹੋ ਗਿਆ ਨਾ, ਪੂਰੀ ਜਾਨ ਹੋ ਗਈ ਨਾ, ਪੂਰਾ ਕਹਿਣਾ ਮੰਨਿਆ ਨਾ, ਵਿਚਾਲੇ ਕੋਈ ਨਹੀਂ ਛੱਡਿਆ। ਅਬਰਾਹਮ ਨੇ ਵੀ ਕਿਸੇ ਨੂੰ ਨਹੀਂ ਵਿਚਾਲੇ ਛੱਡਿਆ, ਪੂਰਾ ਸੰਪੂਰਨਤਾ ਨਾਲ ਕੀਤੀ ਸੀ। ਹੁਣ ਇੱਥੇ ਪੂਰੇ ਦਿਲ ਵਾਲੇ ਜਿਹੜੇ ਲੋਕੀ ਆ ਪੂਰੀ ਜਾਨ ਵਾਲੇ ਲੋਕੀ ਆ ਉਹਨਾਂ ਨੂੰ ਮਤਲਬ ਉਹਨਾਂ ਨੂੰ ਹੀ ਸ਼ੈਤਾਨ ਫੜਦਾ ਕੇ ਕਿਉਂਕਿ ਉਹ ਐਕਚੁਅਲੀ ਉਹਦੇ ਕੰਮਕਾਰ ਕਰਨ ਵਾਲੇ ਹੁੰਦੇ ਆ। ਤੇ ਕਈ ਵਾਰੀ ਅਸੀਂ ਇੱਥੇ ਨਜ਼ਰ ਆਉਂਦਾ ਕਿ ਉਹ ਉਹਦੇ ਅੱਛੇ ਵਿਆਹੇ ਕੱਪੜੇ ਤੱਕ ਵਾਲੇ ਵਿਆਹਲੇ ਕੱਪੜੇ ਨਹੀਂ ਹੈਗੇ ਸੀ, ਭਾਵ ਕੱਪੜਾ ਜਿਹੜਾ ਸਾਡਾ ਜਿਸਮ ਵੀ ਸਾਡੇ ਰੂਹ ਦਾ ਕੱਪੜਾ ਹੈ, ਆਹ ਵੀ ਸਾਡੇ ਸਰੀਰ ਦਾ ਕੱਪੜਾ ਹੈ। ਸਾਡਾ ਜਿਹੜਾ ਅਸੀਂ ਕਹਿੰਦੇ ਕਿ ਇਹਨੇ ਹੰਕਾਰ ਦੇ ਕੱਪੜੇ ਥੱਲੇ ਆਪਣੇ ਆਪ ਨੂੰ ਇਹਨੇ ਕੱਚਿਆ ਹੋਇਆ, ਇਹ ਲਾਲਚ ਦੇ ਕੱਪੜੇ ਦੇ ਵਿੱਚ ਇਹਨੇ ਲਾਲਚ ਦੀ ਚਾਦਰ ਉੜੀ ਹੋਈ ਹੈ ਇਸ ਬੰਦੇ ਨੇ, ਇਹ ਜਾਂ ਇਸ ਕੁੜੀ ਨੇ ਆਪਣੇ ਆਪ ਉੱਤੇ ਨਾ ਚਲਾਕੀ ਦੀ ਚੁੰਨੀ ਲਈ ਹੋਈ ਆ ਨਾ। ਹੁਣ ਇੱਥੇ ਵਿਓਲੇ ਕੱਪੜੇ ਨਹੀਂ ਸੀ ਕਿ ਉੱਥੇ ਜਿਸ ਤਰ੍ਹਾਂ ਦਾ ਉੱਥੋਂ ਦਾ ਹੋਣਾ ਚਾਹੀਦਾ ਸੀ ਵਤੀਰਾ ਉਹ ਨਹੀਂ ਸੀ। ਅੱਛਾ, ਉਸ ਤੋਂ ਜਿਹੜੀ ਸਾਰਿਆਂ ਤੋਂ ਇੰਪੋਰਟੈਂਟ ਗੱਲ ਜਿਹੜੀ ਅਸੀਂ ਦੇਖੀ ਹੈਗੀ ਆ ਉਹਦੀ ਗਾਂ ਜਾ ਕੇ ਕਿ ਉਹਨੇ ਜਦੋਂ ਮਤਲਬ ਦੱਸਿਆ ਕਿ ਫੱਕੇ ਫਰੀਸੀਆਂ ਦੇ ਜਵਾਬ ਦੇ ਵਿੱਚ ਕਿ ਕੈਸਰ ਦਾ ਕੈਸਰ ਨੂੰ ਦੇ ਦੇ ਤੇ ਮਤਲਬ ਜਿਹੜਾ ਹੈਗਾ ਤੁਸੀਂ ਪਰਮੇਸ਼ਰ ਦਿਓ, ਉੱਥੇ ਹਰ ਦਿਨ ਤੁਹਾਡਾ ਹਰ ਰੋਜ਼ ਤੁਹਾਡਾ ਲੋਕਾਂ ਨੂੰ ਵਾਸਤਾ ਪੈਂਦਾ ਕਿ ਲੋਕ ਟੈਕਸ ਚੋਰੀ ਕਰਦੇ ਆ ਨਹੀਂ ਦਿੰਦੇ ਜਾਂ ਲੋਕ ਕੁਛ ਹੋਰ ਚੀਜ਼ਾਂ ਦੇ ਵਿੱਚ ਚੋਰੀ ਮਤਲਬ ਸਾਰਾ ਕੁਛ। ਪਰ ਇੱਥੇ ਖੁਦਾ ਨੇ ਫਿਰ ਦੁਬਾਰਾ ਸੱਚ ਨੂੰ ਬਹੁਤ ਮਤਲਬ ਉੱਤਮ ਜਾਣਿਆ ਹੈ ਨਾ।
ਲੋਕਾਂ ਦੀਆਂ ਗੱਲਾਂ ਕਰਨੇ ਸ਼ੁਰੂ ਹੋ ਜਾਂਦੇ ਕਿਸੇ ਧੀਆਂ ਦੀਆਂ ਪੁੱਤਾਂ ਦੀਆਂ ਕਿ ਉਹਨੇ ਆ ਨਹੀਂ ਕੀਤਾ, ਫਲਾਣੇ ਦੀ ਕੁੜੀ, ਫਲਾਣੇ ਦਾ ਮੁੰਡਾ, ਫਲਾਣੇ ਦੀ ਸ਼ਾਦੀ, ਫਲਾਣੇ ਦੀ ਸ਼ਾਦੀ, ਫਲਾਣੇ ਦਾ ਆ। ਖੁਦਾ ਇੱਥੇ ਕਹਿੰਦਾ ਸੱਚ ਬਹੁਤ ਹੀ ਇੰਪੋਰਟੈਂਟ ਆ, ਉਹ ਆਪੇ ਸਾਫ਼ ਕਰੂਗਾ ਉਹਨਾਂ ਦਾ ਹਨਾ। ਤੁਹਾਨੂੰ ਸਿਰਫ ਤੁਸੀਂ ਆਪਣੇ ਮੁਤਾਬਿਕ ਉਹਨਾਂ ਨੂੰ ਜੱਜ ਨਾ ਕਰੋ, ਸੱਚ ਬਹੁਤ ਇੰਪੋਰਟੈਂਟ ਹੈ। ਜਿਹੜੇ ਪਰਮੇਸ਼ਰ ਦਾ ਪਰਮੇਸ਼ਰ ਦਿਓ, ਜਿਹੜਾ ਕਿਸੇ ਹੋਰ ਦਾ ਉਹਨੂੰ ਦੇ ਦਿਓ ਜਿਹੜਾ ਉਹਨੇ ਕਮਾਇਆ। ਪਰ ਕੈਸੇ ਦਾ ਉਹਦੇ ਤੇ ਨਾ ਸੀ। ਇੱਥੇ ਇਹ ਵੀ ਹੈ ਕਿ ਜਿਹੜੀ ਉੱਚੀ ਪਦਵੀ ਆ ਪਰਮੇਸ਼ਰ ਦੀ ਮਰਜ਼ੀ ਬਿਨਾਂ ਕਿਸ ਨੂੰ ਹਾਸਲ ਨਹੀਂ ਹੁੰਦੀ, ਉਹ ਹੀ ਉਹਨਾਂ ਲਈ ਰਸਤਾ ਬਣਾਉਂਦਾ ਤੇ ਉਹਨੂੰ ਹਾਸਲ ਦੇ ਸ਼ਾਨ ਦੇ ਬਾਦਸ਼ਾਹੀ ਦੇਖ ਲਓ ਕਿ ਉਹਨੂੰ ਖੁਦਾ ਨੇ ਦਿੱਤੀ ਸੀ, ਪਰ ਜਦੋਂ ਉਹ ਨਹੀਂ ਉੱਤੇ ਪੂਰਾ ਉਤਰੇਗਾ ਤੇ ਉਹ ਉਹਦੇ ਕੋਲ ਲੈ ਨਹੀਂ ਗਈ ਤਾਂ ਭੂਤਾਂ ਦੇ ਜਿਹੜੇ ਹਨ ਸਵਾਲ ਜਵਾਬੀ ਕਰਕੇ ਤਫਾਹਾ ਲੈ ਕੇ ਮਰਿਆ। ਕਿਉਂਕਿ ਹਾਲਾਂਕਿ ਪਹਿਲਾਂ ਉਹਦੇ ਤੇ ਕਿਰਪਾ ਹੋਈ ਸੀ, ਇੰਨੀ ਕਿਰਪਾ ਹੋਈ ਸੀ ਕਿ ਮੱਸਾ ਵੀ ਹੋ ਗਿਆ ਸੀਗਾ ਹਨਾ। ਸੋ ਜਿਹੜੀ ਮਤਲਬ ਜਿਹੜੀ ਕਿਸੇ ਵੀ ਜਜ਼ੀਆ ਜਿਹੜਾ ਕਹਿ ਸਕਦਾ ਉਹ ਖੁਦਾ ਦੀ ਮਰਜ਼ੀ ਹੁੰਦੀ ਹੈ, ਕਿਉਂਕਿ ਉਹਨੂੰ ਮੈਨੇਜ ਕਰਨ ਨੂੰ ਲੋਕੀ ਚਾਹੀਦੇ ਹੁੰਦੇ, ਉਹ ਆਪਣੀ ਮਿਹਰ ਵਾਲੇ ਉਤਮ ਜਿੱਦਾਂ ਦੀ ਉਹਦੀ ਸਮਝ ਹੋਵੇ ਉਹਦੇ ਮੁਤਲਕ ਉਹਨਾਂ ਲੋਕਾਂ ਨੂੰ ਅਵੇਅਰ ਕਰਦਾ। ਇਸ ਤੋਂ ਪਿੱਛੇ ਅਸੀਂ ਸਭ ਤੋਂ ਜਿਹੜਾ ਇਹਦੇ ਚ ਆਖਰੀ ਚੀਜ਼ ਦੇਖਦੇ ਹਾਂ ਕਿ ਪੂਰਾ ਦਿਨ ਪੂਰੀ ਜਾਨ, ਅਸੀਂ ਉਹਨੂੰ ਹੱਲ ਕਰ ਲਿਆ ਹਨਾ। ਇੱਥੇ ਅਸੀਂ ਇਹ ਦੇਖਦੇ ਹਾਂ ਕਿ ਮਤਲਬ ਤੁਸੀਂ ਜਿਹੜਾ ਰਸੂਲਾਂ ਦਾ ਕਰਤੱਵ ਜਿਹਦੇ ਚ ਰਸੂਲਾਂ ਚੇਲਿਆਂ ਦੀ ਕਿਤਾਬ ਉਹਦੇ ਪਹਿਲੇ ਚੈਪਟਰ ਦੀ 8ਵੀਂ ਆਇਤ ਨੂੰ ਤੁਸੀਂ ਦੇਖਣਾ ਹੈ ਕਿ ਤੁਹਾਨੂੰ ਤਾਕਤ ਕਿੱਥੋਂ ਮਿਲੀ ਆ ਸਾਰਾ ਕੁਝ ਕਰਨ ਦੀ। ਤੁਸੀਂ ਕਹੋਗੇ ਕਿ ਵੀ ਉਹਨੂੰ ਤਾਕਤ ਕਿੱਥੋਂ ਮਿਲੀ ਅਬਰਾਹਮ ਨੂੰ ਫੈਸਲਾ ਲੈਣ ਦੀ? ਉਹ ਤਾਂ ਖੁਦਾ ਦੇ ਨਾਲ ਸੀ। ਤਾਕਤ ਕਿੱਥੋਂ ਮਿਲਦੀ ਹੈ ਕਿ ਖੁਦਾ ਦੇ ਹਮੇਸ਼ਾ ਕੰਮ ਕਰਨ ਦੀ ਤੇ ਦੂਸਰਿਆਂ ਦੇ ਨਾ ਕਰਨ ਦੀ? ਕਿਉਂਕਿ ਅਕਸਰ ਲੋਕ ਕੀ ਕਹਿੰਦੇ ਮੈਂ ਰੱਬ ਤਾਂ ਨਹੀਂ ਹੈ ਕਿ ਜਿਹੜਾ ਹਰ ਵੇਲੇ ਠੀਕ ਕਰਾਂ ਕੰਮ, ਮੈਂ ਆਰਡੀਨਰੀ ਇਨਸਾਨ ਹਾਂ, ਮੈਂ ਕੋਈ ਦੇਵਤਾ ਨਹੀਂ ਆ ਭਾਈ। ਇੱਥੇ ਤੁਸੀਂ ਅਗਰ ਮੇਰੇ ਨਾਲ ਤੁਸੀਂ ਚੇਲਿਆਂ ਦੀ ਕਿਤਾਬ ਜਿਹਨੂੰ ਐਕਟਸ ਕਹਿੰਦੇ ਇੰਗਲਿਸ਼ ਉਹਦਾ 8ਵੀਂ ਤੁਸੀਂ ਉਹਦੀ ਐਕਟਸ ਦੇ 8ਵਾਂ ਦੇਖੋ, ਤੁਹਾਨੂੰ ਕਿਹਾ ਜਾਂਦਾ ਪਰ ਤੁਹਾਨੂੰ ਤਾਕਤ ਮਿਲੇਗੀ ਕਦੋਂ? ਜੇ ਤੁਸੀਂ ਫੈਸਲਾ ਲੈ ਲਓਗੇ ਤੁਹਾਨੂੰ ਤਾਕਤ ਮਿਲੇਗੀ। ਤੇ ਤੁਹਾਨੂੰ ਤਾਕਤ ਮਿਲ ਗਈ ਆ ਕਿ ਤੁਸੀਂ ਜਿੱਥੇ ਖੜੇ ਹੋ, ਭਾਵ ਜਿਹੜੀ ਜਗ੍ਹਾ ਤੁਹਾਡੀ ਹੈ ਆ। ਜੇ ਫਰਜ਼ ਕੀਤਾ ਮੈਂ ਹੁਣ ਇੱਥੇ ਜਿਹੜੇ ਮੇਰੇ ਕੰਮ ਦੀ ਜਗ੍ਹਾ ਉਹਦਾ ਨਾਮ ਹੈਗਾ ਵਾਟਫੁੱਟ, ਮੈਂ ਵਾਟਫੁੱਟ ਚ ਖੜੀ ਹਾਂ ਨਾ, ਵਾਟਫੁੱਟ ਚ ਬੈਠੀ ਹਾਂ। ਤੁਸੀਂ ਹੋ ਸਕਦਾ ਬੈਠੇ ਹੋ ਇੱਥੇ ਮਤਲਬ ਜਿਹੜਾ ਤੁਸੀਂ ਬੈਠੇ ਹੈਗੇ ਆ, ਕੋਈ ਸ਼ਾਇਦ ਇੰਗਲੈਂਡ ਚ ਬੈਠਾ ਹੋਵੇ, ਕੋਈ ਕੈਨੇਡਾ ਚ ਬੈਠਾ ਹੋਵੇ, ਟੋਰਾਂਟੋ ਚ ਹਨਾ, ਜਿਹੜਾ ਦੇਖੇਗਾ ਕੋਈ ਬੈਠਾ ਹੋਵੇ ਉੱਥੇ ਪਾਕਿਸਤਾਨ ਦੇ ਜਮੂਨਾਬਾਦ ਚ ਹਨਾ। ਤੇ ਇੱਥੇ ਗੱਲ ਕੀ ਕਿ ਤੁਸੀਂ ਜਿੱਥੇ ਖੜੇ ਹੋ ਉਹ ਭਾਵ ਯਰੂਸ਼ਲਮ ਦਾ ਮਤਲਬ ਹੈ ਜਿਹੜੀ ਜਗ੍ਹਾ ਤੇ ਤੁਸੀਂ ਕਰੰਟਲੀ ਖੜੇ ਹੋ। ਤੇ ਜੂਡੀਆ ਜਿਹੜਾ ਨਾਲ ਦਾ ਨਗਰ ਹੈ, ਜਿੱਦਾਂ ਤੁਹਾਡੇ ਨੇੜੇ ਹੋ ਸਕਦਾ ਆ ਖਾਲਿਕ ਨਗਰ, ਮੇਰੇ ਨੇੜੇ ਇੱਥੇ ਹੈਗਾ ਬੁਸ਼ੀ ਹਨਾ, ਤੇ ਮਤਲਬ ਫਿਰ ਸੇਂਟ ਐਲਬਨਸ ਹੈਗਾ ਹਨਾ, ਤੇ ਇਸੇ ਤਰ੍ਹਾਂ ਹੋਰ ਜਿਹੜੇ ਉਹਨਾਂ ਦੇ ਨੇੜੇ ਦੇ। ਤੇ ਬਾਅਦ ਵਿੱਚ ਹੈਗਾ ਸਮਾਰੀਆ, ਤੁਹਾਡੇ ਨੇੜੇ ਹੋ ਸਮਾਰੀਆ ਹੋ ਸਕਦਾ, ਨਸ਼ਤਰ ਮੇਰੇ ਨੇੜੇ ਹੋ ਸਕਦਾ ਹੈ, ਬਾਅਦ ਵਿੱਚ ਹੰਸਲੋ ਹਨਾ, ਕਿਸੇ ਹੋਰ ਦੇਸ਼ ਵਿੱਚ ਹੋ ਸਕਦਾ ਹੈ, ਕੋਈ ਹੋਰ ਟਾਊਨ ਜਿਹੜਾ ਕਹਿੰਦੇ ਬਰੈਂਪਟਨ ਹਨਾ। ਮਤਲਬ ਤੁਹਾਨੂੰ ਇੱਕ ਫੀਲਡ ਦਿੱਤਾ ਗਿਆ ਕਿ ਤੁਸੀਂ ਜਿੱਥੇ ਖੜੇ ਹੋ ਉਸ ਲੋਕਾਂ ਨੂੰ ਦੁਨੀਆ ਦੇ ਅੰਤ ਤੱਕ ਭਾਵ ਜੇ ਤੁਹਾਡੀ ਤਾਕਤ ਨਹੀਂ ਕੰਮ ਕਰਦੀ ਫਿਰ ਤੁਹਾਨੂੰ ਦੇਸ਼ ਵੀ ਲੈ ਕੇ ਜਾਵੇਗਾ। ਦੁਨੀਆ ਦੇ ਅੰਤ ਤੱਕ ਤੁਸੀਂ ਰੂਹਾਂ ਨੂੰ ਬਚਾਓ, ਤੁਸੀਂ ਰੂਹਾਂ ਨੂੰ ਬਚਾਓ। ਇਹ ਜਿਹੜੀ ਚੀਜ਼ ਹੈ ਨਾ, ਇਹ ਤੁਹਾਨੂੰ ਬਹੁਤ ਇੰਪੋਰਟੈਂਟ ਆ। ਹਰ ਕਿਸੇ ਨੂੰ ਇਹ ਹੁਕਮ ਹੈ, ਇਹ ਨਹੀਂ ਕਿ ਮੈਨੂੰ ਇਕੱਲੇ ਨੂੰ ਆ ਤੇ ਤੁਹਾਨੂੰ ਨਹੀਂ ਹੈ, ਤੁਹਾਨੂੰ ਇਕੱਲੇ ਨੂੰ ਤੇ ਮੈਨੂੰ ਨਹੀਂ ਆ। ਤੁਹਾਨੂੰ ਫੈਸਲਾ ਜਦੋਂ ਤੁਹਾਡੇ ਚ ਲੈਣ ਦੀ ਤਾਕਤ ਮਤਲਬ ਜੋ ਤੁਸੀਂ ਸੋਚ ਰਹੇ ਨਾ, ਹੁਣ ਫਰਜ਼ ਕੀਤਾ ਮੈਂ ਹੀ ਅੱਜ ਤੁਹਾਡੇ ਨਾਲ ਪ੍ਰਚਾਰ ਕਰ ਰਹੀ ਹਾਂ, ਕਲਾਮ ਪੜ੍ਹ ਰਹੀ ਹਾਂ, ਤੇ ਮੈਂ ਪਹਿਲਾਂ ਹੀ ਸੋਚਿਆ, ਮੇਰੇ ਦਿਮਾਗ ਦੇ ਵਿੱਚ ਪਹਿਲਾਂ ਇਹ ਗੱਲ ਚੱਲੀ ਆ ਕਿ ਮੈਂ ਕਿਹੜੀ ਡਰੈਸ ਪਾਉਣੀ ਆ, ਮੈਂ ਕਿਹੜਾ ਸਕਾਰਫ ਲੈਣਾ ਆ ਹਨਾ। ਇਸੇ ਤਰ੍ਹਾਂ ਮਤਲਬ ਜਿਹੜਾ ਇਹ ਫੈਸਲਾ ਨਹੀਂ ਲੈ ਸਕਦਾ ਉਹਨੂੰ ਖੁਦਾ ਮਦਦ ਕਰਦਾ ਆ। ਜਦੋਂ ਤੁਸੀਂ ਇੱਕ ਵਾਰੀ ਫੈਸਲਾ ਲੈ ਲੈਂਦੇ ਨਾ ਕਿ ਮੈਂ ਆਹ ਕਰਨਾ, ਬਾਕੀ ਦਾ ਕੰਮ ਉਹ ਖੁਦ ਬ ਖੁਦ ਹੋ ਜਾਂਦਾ ਹੈ, ਤੁਹਾਨੂੰ ਤਰਤੀਬ ਚ ਤੁਸੀਂ ਆ ਜਾਂਦੇ ਆ ਨਾ। ਸੋ ਅਸੀਂ ਅੱਜ ਦਾ ਜਿਹੜਾ ਵਚਨ ਆ ਉਹਦੇ ਤੋਂ ਮੈਂ ਤੁਹਾਡੇ ਕੋਲ ਛੁੱਟੀ ਲਵਾਂਗੀ, ਕਿਉਂਕਿ ਬੜੀ ਜਲਦੀ ਤੁਹਾਡੇ ਨਾਲ ਮੈਂ ਦੂਸਰੇ ਜਿਹੜਾ ਹੈਗਾ ਆ ਚੈਪਟਰ ਉਹਦੇ ਲਈ ਆਉਣਾ ਹੈ। ਸੋ ਅੱਜ ਦੇ ਜਿਹੜੇ ਇਹਦੇ ਵਿੱਚ ਇੰਟਰਸਟਿੰਗ ਚੀਜ਼ ਹੈ ਕਿ ਰੂਹਾਂ ਬਚਾਉਣ ਦੀ ਜਿਹੜੀ ਗੱਲ ਹੈ ਮੈਂ ਤੁਹਾਡੇ ਨਾਲ ਮਤਲਬ ਤੁਹਾਡਾ ਸ਼ੇਅਰ ਕਰਨਾ। ਮੈਂ ਕੱਲ ਹੀ ਮੈਨੂੰ ਇਹ ਮਿਲਿਆ ਸੀ ਜਦੋਂ ਮੈਂ ਚਰਚ ਜਾ ਰਹੀ ਸੀ, ਤੇ ਮੈਂ ਉਦੋਂ ਬੜੇ ਹੀ ਖੁਸ਼ੀ ਦੇ ਨਾਲ ਗਾ ਰਹੀ ਸੀ
यसु दे नाम, यसु दे नाम मैं जित पानी है। यसु दे नाम विच, यसु दे नाम विच हर गुआची भेड़ बचानी है। यसु दे नाम विच, यसु दे नाम विच मैं जित पानी है। यसु दे नाम विच, यसु दे नाम विच हर गुआची भेड़ बचानी है। यसु मेरे नाल आप कौन होवेगा मेरे खिलाफ, यसु मेरे नाल आप कौन होवेगा मेरे खिलाफ, मैंने की कमाई है। यसु दे नाम, यसु दे नाम मैं जित पानी है। यसु दे नाम, यसु दे नाम हर बच्चे पेड़ बचाने। जय श्री हर शैम श्री